ਪ੍ਰੋਗਰਾਮ ਮੁੱਦਾ ਯੂਐਸਏ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਅਮਰੀਕਾ ਦੀ ਰਾਜਨੀਤਿਕ ਸਥਿਤੀ ਦੁਨੀਆ ਭਰ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਹੈ। ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਤੇ ਹੁਣ 6 ਜਨਵਰੀ ਨੂੰ ਯੂਐਸ ਕੈਪੀਟਲ ਤੇ ਵਾਪਰੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਅਮਰੀਕਾ ਦੇ ਵਿੱਚ ਬਿਲਕੁਲ ਸਥਿਤੀ ਬਦਲੀ ਹੋਈ ਨਜ਼ਰ ਆ ਰਹੀ ਹੈ। ਇਸ ਵੇਲੇ ਜਿਨ੍ਹਾਂ ਸਰੋਕਾਰਾਂ ਦੇ ਨਾਲ ਅਮਰੀਕਾ ਖੁਦ ਜੂਝ ਰਿਹਾ ਹੈ, ਕਾਫੀ ਚਿੰਤਾ ਦਾ ਵਿਸ਼ਾ ਨੇ। ਰਾਜਨੀਤਿਕ ਸਥਿਤੀ ਕੀ ਹੈ, ਇਹਦੇ ਬਾਰੇ ਵੀ ਗੱਲ ਕਰਾਂਗੇ। ਔਰ ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਨਾਲ ਨੇ ਉੱਘੇ ਸਿੱਖ ਲੀਡਰ ਜਸਦੀਪ ਸਿੰਘ ਜੈਸੀ, ਜਿਨ੍ਹਾਂ ਨੇ 6 ਫॉर ਟਰੰਪ ਦੇ ਨਾਲ ਕਾਫੀ ਵੱਡੇ ਪੱਧਰ ਦੇ ਉੱਤੇ ਟਰੰਪ ਕੰਪੇਨ ਦੇ ਵਿੱਚ ਹਿੱਸਾ ਲਿਆ ਸੀ। ਜੈਸੀ ਜੀ, ਤੁਹਾਡਾ ਸਵਾਗਤ ਹੈ। बहुत बहुत धन्यवाद सुखपाल जी और पीटीसी ਦੇ ਸਾਰਿਆਂ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜਸਦੀਪ ਜੀ, ਜਿਵੇਂ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ, ਜੇ ਉਸੇ ਹੀ ਸੰਦਰਭ ਦੇ ਵਿੱਚ ਪਿਛਲੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਸਿੱਖਾਂ ਦੀ ਅਮਰੀਕਾ ਦੇ ਵਿੱਚ ਸਥਿਤੀ ਨੂੰ ਵੇਖੀਏ, ਅਜੀਬ ਸਥਿਤੀ ਮੈਨੂੰ ਤਾਂ ਨਜ਼ਰ ਆ ਰਹੀ ਆ। ਕਿਉਂਕਿ ਜਿਵੇਂ ਤੁਹਾਡਾ ਜਿਹੜਾ ਸਾਰਾ ਜ਼ੋਰ ਸੀ ਉਹ ਇਸ ਗੱਲ ਤੇ ਲੱਗਾ ਸੀ 6 ਫॉर ਟਰੰਪ, ਜਿਹੜੇ ਰਿਪਬਲਿਕਨ ਪਾਰਟੀ ਜਾਂ ਡੈਮੋਕ੍ਰੈਟ ਨਾਲ ਕੋਈ ਤਾਲੁਕ ਨਹੀਂ ਰੱਖਦੇ, ਪਰ ਉਹਨਾਂ ਕਿਹਾ ਅਸੀਂ ਟਰੰਪ ਦੀ ਹਮਾਇਤ ਕਰਾਂਗੇ। ਕੁਝ ਸਿੱਖ ਉਹ ਨੇ ਜਿਨ੍ਹਾਂ ਨੇ ਕਿਹਾ ਸੀ ਰਿਪਬਲਿਕਨ ਆ ਪਰ ਅਸੀਂ ਟਰੰਪ ਦੀ ਹਮਾਇਤ ਨਹੀਂ ਕਰ ਰਹੇ। ਕੁਛ ਉਹ ਸਿੱਖ ਸੀ ਜਿਨ੍ਹਾਂ ਨੇ ਕਿਹਾ ਸੀ ਰਿਪਬਲਿਕਨ ਆ, ਕੋਈ ਵੀ ਪ੍ਰਾਇਮਰੀ ਦੇ ਵਿੱਚੋਂ ਚੁਣ ਕੇ ਆਵੇ ਅਸੀਂ ਉਹਦੀ ਹਮਾਇਤ ਕਰਾਂਗੇ। ਇਹ ਅਜੀਬੋ-ਗਰੀਬ ਸਿਚੁਏਸ਼ਨ ਸਾਨੂੰ ਸਿੱਖ ਸਿਆਸਤ ਦੇ ਵਿੱਚ ਕਿੱਥੇ ਲੈ ਕੇ ਜਾਊਗੀ, ਜਦੋਂ ਖਾਸ ਕਰਕੇ ਅਮਰੀਕਾ ਇਸ ਵੇਲੇ ਬਿਲਕੁਲ ਵੰਡਿਆ ਨਜ਼ਰ ਆ ਰਿਹਾ ਹੈ ਔਰ ਘੱਟ ਗਿਣਤੀਆਂ ਦੀ ਸਿਚੁਏਸ਼ਨ ਜਿਹੜੀ ਆ ਹੋਰ ਜ਼ਿਆਦਾ ਖਰਾਬ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਕੀ ਕਹੋਗੇ ਇਹਦੇ ਬਾਰੇ? ਮੈਂ ਸੁਖਪਾਲ ਜੀ ਇਹ ਕਹਿਣਾ ਚਾਹਾਂਗਾ ਕਿ ਇਲੈਕਸ਼ਨ ਵਿੱਚ ਹਾਰ ਜਿੱਤ ਹੁੰਦੀ ਰਹਿੰਦੀ ਹੈ, ਇੱਕ ਪੱਖ ਜਿੱਤਦਾ ਹੈ, ਇੱਕ ਪੱਖ ਹਾਰਦਾ ਹੈ। ਇਸ ਵਾਰੀ ਥੋੜੀ ਸਾਡੇ ਡਿਵੀਜ਼ਨ ਜ਼ਿਆਦਾ ਸੀ। ਚੁਣਾਵ ਦੇ ਉੱਪਰ ਕਈ ਪ੍ਰਸ਼ਨ ਉਠਾਏ ਗਏ ਨੇ, ਚੁਣਾਵ ਦੀ ਅਥੈਂਟਿਸਿਟੀ ਦੇ ਉੱਪਰ ਪ੍ਰਸ਼ਨ ਉਠਾਏ ਗਏ ਨੇ, ਪਰ ਐਟ ਦ ਐਂਡ ਆਫ ਦ ਡੇ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ, ਮੈਂ ਸਮਝਾਂਗਾ ਕਿ ਉਹ ਵਿਨਰ ਆਏ ਨੇ ਇਸ ਇਲੈਕਸ਼ਨ ਵਿੱਚ। ਕਿਉਂਕਿ ਇਸ ਵਾਰੀ ਸਿੱਖ ਕਮਿਊਨਿਟੀ ਨੇ ਪਹਿਲੀ ਵਾਰ ਅਮਰੀਕਾ ਵਿੱਚ ਬੜੀ ਹੁੰਮ ਹੁਮਾ ਕੇ ਇਸ ਇਲੈਕਸ਼ਨ ਵਿੱਚ ਭਾਵੇਂ ਪ੍ਰੈਜ਼ੀਡੈਂਟ ਟਰੰਪ ਨੂੰ ਸਪੋਰਟ ਕੀਤਾ ਹੋਏ, ਭਾਵੇਂ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਸਪੋਰਟ ਕੀਤਾ ਹੈ, ਇਸ ਵਾਰੀ ਸਿੱਖ ਕਮਿਊਨਿਟੀ, ਸਾਡਾ ਯੂਥ ਜਿਹੜਾ ਹੈ ਉਹ ਅੱਗੇ ਆਇਆ। ਉਹਨਾਂ ਨੇ ਸਾਡੇ ਇਹ ਦੋ ਪਾਲਿਸੀਆਂ ਸਮਝੀਆਂ ਔਰ ਬੜੇ ਸੋਚ ਵਿਚਾਰ ਨਾਲ ਲੱਗੇ ਆਏ ਨੇ ਔਰ ਆਪਣੀ ਇੱਕ ਆਇਡੈਂਟੀਟੀ ਬਣਾਈ ਹੈ ਅਮਰੀਕਨ ਪੋਲਿਟਿਕਸ ਵਿੱਚ। ਉਹ ਬੜੀ ਇੱਕ ਜ਼ਰੂਰੀ ਗੱਲ ਹੈ। ਬਾਕੀ ਜਿਸ ਤਰ੍ਹਾਂ ਪੂਰੀ ਅਮਰੀਕਨ ਸੋਸਾਇਟੀ ਡਿਵਾਈਡਡ ਹੈ ਇਸ ਵੇਲੇ, ਸਾਡੀ ਕਮਿਊਨਿਟੀ ਵੀ ਅੱਧੇ ਰਿਪਬਲਿਕਨਸ ਵਿੱਚ ਹੋਣਗੇ, ਅੱਧੇ ਡੈਮੋਕ੍ਰੇਟਸ ਵਿੱਚ ਹੋਣਗੇ, ਪਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਅੱਛਾ ਸੀ ਸਿੱਖ ਕਮਿਊਨਿਟੀ ਵਾਸਤੇ। ਜੇ ਹੁਣ ਤਾਜ਼ਾ ਸਥਿਤੀ ਨੂੰ ਦੇਖੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਭਵਿੱਖ ਤੁਹਾਨੂੰ ਕੀ ਨਜ਼ਰ ਆ ਰਿਹਾ, ਜਾਂ ਰਾਜਨੀਤਿਕ ਤੌਰ ਤੇ ਤੁਹਾਨੂੰ ਆਪਣਾ ਅਮਰੀਕਾ ਦੀ ਸਿਆਸਤ ਵਿੱਚ ਕੀ ਭਵਿੱਖ ਨਜ਼ਰ ਆ ਰਿਹਾ? ਦੇਖੋ ਜੀ, ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ 4 ਸਾਲ ਸੀ 2016 ਵਿੱਚ, ਜਦੋਂ ਉਸ ਤੋਂ ਪਹਿਲਾਂ ਹੀ ਜਦੋਂ ਉਹ ਇਲੈਕਸ਼ਨ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਮੈਂ ਲੜਾਂਗਾ ਪ੍ਰੈਜ਼ੀਡੈਂਟ ਵਾਸਤੇ, ਉਸ ਤੋਂ ਬਾਅਦ ਉਹ ਪ੍ਰਾਇਮਰੀ ਜਿੱਤੇ, ਉਸ ਤੋਂ ਬਾਅਦ ਉਹ ਇਲੈਕਸ਼ਨ ਜਿੱਤੇ ਔਰ 4 ਸਾਲ ਉਹਨਾਂ ਦੀ ਟਰਮ ਰਹੀ। ਇਹਦੇ ਵਿੱਚ ਉਹਨਾਂ ਨੇ ਇੱਕ ਨਈ ਇੱਕ ਜਿਹਨੂੰ ਕਹਿੰਦੇ ਨਾ ਟਰੰਪਿਜ਼ਮ, ਇੱਕ ਉਹਨਾਂ ਨੇ ਅਮਰੀਕਾ ਵਿੱਚ ਇੱਕ ਨਵਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਟਰੰਪਿਜ਼ਮ ਦੀ, ਜਿਹੜੀ ਕਿ ਅੱਜ ਉਹਨਾਂ ਦੇ 75 ਮਿਲੀਅਨ ਤੋਂ ਉੱਪਰ ਫਾਲੋਅਰਸ ਨੇ। ਔਰ ਇਹ ਸਿਰਫ ਹੁਣ ਪ੍ਰੈਜ਼ੀਡੈਂਟ ਟਰੰਪ ਨਾਲ ਨਹੀਂ ਸੰਬੰਧਿਤ, ਇੱਕ ਆਈਡੀਓਲੋਜੀ ਬਣ ਚੁੱਕੀ ਹੈ ਔਰ ਰਿਪਬਲਿਕਨ ਪਾਰਟੀ ਇਸ ਵੇਲੇ ਬੜੀ ਹੀ ਇਹਨੂੰ ਜੂਝ ਰਹੀ ਹੈ, ਕਿਉਂਕਿ ਮੈਜੋਰਿਟੀ ਆਫ ਜਿਹੜੇ ਰਿਪਬਲਿਕਨ ਪਾਰਟੀ ਦੇ ਮੈਂਬਰਸ ਨੇ ਉਹ ਹੁਣ ਟਰੰਪਿਜ਼ਮ ਵਿੱਚ ਬਿਲੀਵ ਕਰ ਰਹੇ ਨੇ। ਅਮਰੀਕਾ ਫਰਸਟ ਦੀ ਪਾਲਿਸੀਆਂ ਔਰ ਜੋ ਟਰੰਪ ਨੇ ਕਿਹਾ ਸੀ ਕਿ ਇਹ ਜਿਹੜੇ ਸਵਾਮਪਸ ਨੇ, ਜਿਹੜੇ ਸਿਸਟਮ ਹੈ, ਜਿਹੜਾ ਐਸਟੈਬਲਿਸ਼ਮੈਂਟ ਨੇ, ਇਹਨਾਂ ਨੂੰ ਤੋੜਨਾ, ਉਹਦੇ ਵਿੱਚ ਹੁਣ ਰਿਪਬਲਿਕਨ ਪਾਰਟੀ ਬਿਲੀਵ ਕਰ ਰਹੀ ਹੈ। ਔਰ ਤੁਸੀਂ ਦੇਖਿਆ ਥੋੜਾ ਬਹੁਤ ਕਿ ਹੁਣ ਕੁਝ ਇੱਕ ਸੈਨੇਟਰਸ ਨੇ ਕੈਪੀਟਲ ਹਿੱਲ ਤੋਂ ਜਿਹੜਾ ਹੋਇਆ ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਪਰ ਉਹਨੂੰ ਪ੍ਰੈਜ਼ੀਡੈਂਟ ਟਰੰਪ ਨਾਲ ਜੋੜਨਾ ਬਿਲਕੁਲ ਗਲਤ ਹੈ। ਪ੍ਰੈਜ਼ੀਡੈਂਟ ਟਰੰਪ ਨੂੰ ਡੈਮੋਕ੍ਰੈਟਸ ਔਰ ਉਹਨਾਂ ਦੇ ਜਿਹੜੇ ਓਪੋਨੈਂਟ ਨੇ, ਉਹਨਾਂ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਹਰ ਗੱਲ ਵਿੱਚ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਿਨ ਉਹ ਪ੍ਰੈਜ਼ੀਡੈਂਟ ਬਣੇ ਸੀ ਉਸ ਦਿਨ ਹੀ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਇੰਪੀਚ ਕਰ ਦਿਆਂਗੇ, ਕੋਈ ਨਾ ਕੋਈ ਅਸੀਂ ਬਹਾਨਾ ਲੱਭ ਕੇ ਇਹਨਾਂ ਨੂੰ ਇੰਪੀਚ ਕਰਾਂਗੇ। ਤਾਂ ਇਹ ਜਿਹੜੀਆਂ ਗੱਲਾਂ ਨੇ, ਇਹਦੇ ਨਾਲ ਟਰੰਪਿਜ਼ਮ ਨੂੰ ਜਾਂ ਪ੍ਰੈਜ਼ੀਡੈਂਟ ਟਰੰਪ ਨੂੰ ਕੋਈ ਫਰਕ ਨਹੀਂ ਪਏਗਾ। ਹਾਂ, ਡੈਮੋਕ੍ਰੇਟਸ ਇਸ ਵੇਲੇ ਡਰ ਰਹੇ ਨੇ, ਉਹਨਾਂ ਨੂੰ ਬਹੁਤ ਵੱਡਾ ਡਰ ਹੈ ਕਿ 2024 ਵਿੱਚ ਪ੍ਰੈਜ਼ੀਡੈਂਟ ਟਰੰਪ ਫਿਰ ਇਲੈਕਸ਼ਨ ਵਿੱਚ ਨਾ ਖੜੇ ਹੋ ਜਾਣ। ਇਸ ਕਰਕੇ ਉਹਨਾਂ ਨੂੰ ਇਹ ਫਿਰ ਤੋਂ ਉਹਨਾਂ ਨੇ ਝੂਠੀ ਇੰਪੀਚਮੈਂਟ ਕਰਕੇ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ 2024 ਦੀ ਇਲੈਕਸ਼ਨ ਨਾ ਲੜ ਸਕਣ। ਟਰੰਪਿਜ਼ਮ ਦੀ ਜੇ ਗੱਲ ਕਰੀਏ ਤੇ ਜਿਹੜੀ ਹੁਣ ਹੇਠਲੇ ਸਦਨ ਦੇ ਵਿੱਚ ਇੰਪੀਚਮੈਂਟ ਦੀ ਗੱਲ ਚੱਲੀ ਆ, ਪਹਿਲੀ ਵਾਰੀ 10 ਕਾਂਗਰਸ ਮੈਂਬਰਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਖਿਲਾਫ ਵੋਟ ਪਾਈ ਆ। ਮਿਚ ਮੈਕੋਨਲ ਤੋਂ ਲੈ ਕੇ ਸੈਨੇਟ ਦੇ ਵਿੱਚ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵਿਰੋਧੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਬਜਾਏ ਇਸ ਗੱਲ ਦੇ ਕਿ ਜੇ ਅਸੀਂ ਇਸ ਗੱਲ ਨੂੰ ਇਸ ਤਰ੍ਹਾਂ ਨਾਲ ਕਰੀਏ ਕਿ ਟਰੰਪਿਜ਼ਮ ਆ ਗਿਆ ਆ ਹੁਣ ਅਮਰੀਕਾ ਦੇ ਵਿੱਚ, ਇੰਜ ਨਹੀਂ ਲੱਗਦਾ ਕਿ ਟਰੰਪ ਦੇ ਆਉਣ ਨਾਲ ਰਿਪਬਲਿਕਨ ਪਾਰਟੀ ਵੀ ਵੰਡੀ ਗਈ ਹੈ
ਔਰ ਜਿਹੜੀ ਇੱਥੋਂ ਦੀ ਅਮਰੀਕਾ ਦੀ ਸਾਰੀ ਜਨਤਾ ਹੈ ਉਹ ਵੀ ਆਪਸ ਵਿੱਚ ਵੰਡੀ ਗਈ ਹੈ। ਜੀ ਬਿਲਕੁਲ, ਅਮਰੀਕਾ ਦੀ ਜਨਤਾ ਬਿਲਕੁਲ ਵੰਡੀ ਗਈ ਹੈ। ਤੁਸੀਂ ਔਰ ਇਹਦੇ ਵਿੱਚ ਵੰਡਣ ਵਿੱਚ ਸਭ ਤੋਂ ਵੱਡਾ ਹੱਥ ਡੈਮੋਕ੍ਰੇਟਸ ਦਾ ਹੈ, ਔਰ ਨੈਂਸੀ ਪਲੋਸੀ ਔਰ ਹੁਣ ਮੇਰੇ ਖਿਆਲ ਨਾਲ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਵੀ ਉਹੀ ਕੰਮ ਕੀਤਾ ਹੈ। ਜਿਸ ਦਿਨ ਕੈਪੀਟਲ ਹਿੱਲ ਵਿੱਚ ਇਹ ਥੋੜੀ ਬਹੁਤ ਜਿਹੜੀ ਮੁਜ਼ਾਹਰੇ ਹੋਏ, ਵਾਇਲੈਂਸ ਹੋਈ, ਜਿਹਨੂੰ ਅਸੀਂ ਕੰਡੈਮ ਕਰਦੇ ਹਾਂ, ਉਸ ਤੋਂ ਬਾਅਦ ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਬਿਆਨ ਆਇਆ ਸੀ ਉਹ ਬਿਲਕੁਲ ਇੱਕ ਨਸਲ ਤੇ ਇੱਕ ਰੰਗ ਨੂੰ ਲੈ ਕੇ ਉਹਨਾਂ ਦਾ ਬਿਆਨ ਸੀ ਕਿ ਜੇ ਇੱਥੇ ਕਾਲੇ ਅਮਰੀਕਾ ਦੇ ਬਲੈਕ ਲਾਈਵ ਮੈਟਰ ਵਾਲੇ ਅਗਰ ਪ੍ਰੋਟੈਸਟ ਕਰਦੇ ਤੇ ਉਹਨਾਂ ਦੀਆਂ ਲਾਸ਼ਾਂ ਵਿਛੀਆਂ ਹੋਣੀਆਂ ਸਨ। ਇਹਨੂੰ ਉਸ ਵੇਲੇ ਇਸ ਗੱਲ ਨਾਲ ਜੋੜਨ ਦੀ ਕੀ ਲੋੜ ਸੀ? ਇੱਕ ਵਾਰੀ ਫਿਰ ਉਹਨਾਂ ਨੇ ਅਮਰੀਕਾ ਨੂੰ ਡਿਵਾਈਡ ਕੀਤਾ, ਬਲਕਿ ਉਹਨਾਂ ਕੋਲੋਂ ਆਸ ਸੀ ਕਿ ਉਹ ਕਹਿਣਗੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਚਲੋ ਹੁਣ ਤੁਸੀਂ ਗੁੱਸਾ ਕੱਢਿਆ, ਆਓ ਫਿਰ ਇਕੱਠੇ ਹੋਈਏ, ਅਮਰੀਕਾ ਨੂੰ ਜੋੜੀਏ। ਪਰ ਉਹਨਾਂ ਨੇ ਇਹ ਜਿਹਾ ਕੋਈ ਕੰਮ ਨਹੀਂ ਕੀਤਾ ਜੋੜਨ ਦਾ, ਬਲਕਿ ਹੋਰ ਡਿਵਾਈਡ ਕਰਨ ਦਾ ਕੰਮ ਕੀਤਾ ਹੈ। ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ ਜਿਹੜੀ ਦੂਜੀ ਇੰਪੀਚਮੈਂਟ ਸ਼ੁਰੂ ਕੀਤੀ ਹੈ, ਇਹਨੇ ਹੋਰ ਅਮਰੀਕਾ ਨੂੰ ਡਿਵਾਈਡ ਕੀਤਾ ਹੈ। ਔਰ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰਸ ਨੂੰ ਨਾਜ਼ੀ ਕਹਿਣਾ, ਵਾਈਟ ਸੁਪਰੀਮੈਸਿਸਟ ਕਹਿਣਾ, ਇਹ ਬੜੀ ਮਾੜੀ ਗੱਲ ਹੈ। ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰ ਜਿਹੜੇ ਨੇ ਉਹ ਬੜੇ ਪੜ੍ਹੇ ਲਿਖੇ ਨੇ। ਜਿਹੜੀ ਕੈਪੀਟਲ ਹਿੱਲ ਦੇ ਪ੍ਰੋਟੈਸਟ ਵਿੱਚ ਇੱਕ ਜਿਹੜੀ ਲੇਡੀ ਨੂੰ ਗੋਲੀ ਮਾਰੀ ਗਈ ਹੈ ਪੁਲਿਸ ਦੁਆਰਾ, ਉਹ 14 ਸਾਲ ਦੀ ਆਰਮੀ ਦੀ ਵੈਟਰਨ ਹੈ। ਉਹਨਾਂ ਦਾ ਆਪਣਾ, ਉਹਨਾਂ ਨੇ US ਆਰਮੀ ਵਿੱਚ ਸਰਵ ਕੀਤਾ ਹੈ, ਔਰ ਉਹਨਾਂ ਨੂੰ ਇੱਕ ਦੇਸ਼ ਦਰੋਹੀ ਕਹਿ ਕੇ ਤੇ ਗੋਲੀ ਮਾਰਨਾ ਤੇ ਉਹਨਾਂ ਨੂੰ ਬਦਨਾਮ ਕਰਨਾ ਬੜਾ ਗਲਤ ਸੀ ਡੈਮੋਕ੍ਰੇਟਸ ਦੇ ਪਾਰਟ ਵਿੱਚ, ਔਰ ਇਹ ਕੰਟਰੀ ਨੂੰ ਹੋਰ ਡਿਵਾਈਡ ਕਰ ਰਿਹਾ ਹੈ। ਔਰ ਇਹ 2 ਸਾਲ ਜਿਹੜੇ ਆਉਣ ਵਾਲੇ ਨੇ ਇਹ ਰਿਪਬਲਿਕਨ ਪਾਰਟੀ ਵਾਸਤੇ ਬੜੇ ਡਿਫਿਕਲਟ ਹੋਣਗੇ, ਕਿਉਂਕਿ ਉਹਦੇ ਚ ਮੰਥਨ ਹੋ ਰਿਹਾ। ਰਿਪਬਲਿਕਨ ਪਾਰਟੀ ਸ਼ੁਰੂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਦੇ ਕਈ ਜਿਹੜੇ ਸਨ ਉਹ ਖਿਲਾਫ ਰਹੇ ਨੇ, ਚਾਹੇ ਉਹ ਮਿਟ ਰੋਮਨੀ ਹੋਏ, ਚਾਹੇ ਆਪਣਾ ਲਿਜ਼ ਚੈਨੀ ਹੋਏ। ਇਹ ਸਾਰੇ 5-10 ਦੇ ਗਰੁੱਪ ਸੀ ਜਿਹੜੇ ਹਮੇਸ਼ਾ ਤੋਂ ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ ਰਹੇ ਨੇ, ਔਰ ਇਹਨਾਂ ਦਾ ਫਿਊਚਰ ਹੁਣ ਨਹੀਂ ਰਹਿਣਾ, ਕਿਉਂਕਿ ਜਿਹੜੇ 75 ਮਿਲੀਅਨ ਵੋਟਰਸ ਨੇ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰਸ ਨੇ, ਉਹਨਾਂ ਨੇ ਹੁਣ ਪਾਰਟੀ ਟੇਕ ਓਵਰ ਕਰਨੀ ਹੈ, ਐਂਡ ਰਿਪਬਲਿਕਨ ਪਾਰਟੀ ਇਜ਼ ਗੋਇੰ ਟੂ ਬੀ ਅ ਨਿਊ ਪਾਰਟੀ। ਸਮਾਂ ਬੜਾ ਘੱਟ ਆ, ਮੈਂ ਚਾਹੁੰਦਾ ਸੀਗਾ ਤੁਹਾਡੇ ਨਾਲ ਹੋਰ ਕਈ ਪੱਖਾਂ ਤੇ ਗੱਲ ਕੀਤੀ ਜਾਂਦੀ, ਪਰ ਜਿਹੜੇ ਇੰਡੀਆ ਤੇ US ਦੇ ਰਿਲੇਸ਼ਨ ਸੀਗੇ ਉਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਇਹਨਾਂ ਦੇ ਨਾਲ, ਪ੍ਰੈਜ਼ੀਡੈਂਟ ਟਰੰਪ ਦੇ ਨਾਲ ਚੰਗੇ ਸਬੰਧ ਸੀਗੇ। ਹੁਣ ਸਿਚੁਏਸ਼ਨ ਜਿਹੜੀ ਆ ਕੰਟਰੀ ਟੂ ਕੰਟਰੀ, ਚਲੋ ਇਹ ਹਾਲਾਤ ਉਸ ਤਰ੍ਹਾਂ ਦੇ ਨੇ ਕਿ ਕਿਹੜੇ ਕੰਟਰੀ ਨੂੰ ਕਿਹਦੀ ਕਿੰਨੀ ਲੋੜ ਆ ਉਸ ਤਰ੍ਹਾਂ ਦੀ ਹੋਊਗੀ। ਪਰ ਪਹਿਲੋਂ ਵੀ ਵੇਖਣ 'ਚ ਆਇਆ ਸੀਗਾ ਕਿ ਜਦੋਂ 370 ਕਸ਼ਮੀਰ ਦੇ ਵਿੱਚ ਲਾਗੂ ਕੀਤਾ ਗਿਆ ਸੀ, ਖਤਮ ਕੀਤਾ ਗਿਆ ਸੀ, ਉਸ ਤੋਂ ਬਾਅਦ ਇੱਥੋਂ ਦੇ ਕਾਫੀ ਲਾਅ ਮੇਕਰਾਂ ਨੇ ਆਵਾਜ਼ ਉਠਾਈ ਸੀ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਆ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਾਂ ਬਾਕੀ ਸਿੱਖ ਲੀਡਰਾਂ ਨੇ ਉਸ ਤਰ੍ਹਾਂ ਨਾਲ ਆਵਾਜ਼ ਜਿਹੜੀ ਆ ਇਹਨਾਂ ਲੀਡਰਾਂ ਦੇ ਕੋਲ ਕਿੰਨੀ ਕੁ ਭੂਮਿਕਾ ਨਿਭਾਈ ਆ ਕਿ ਉਸੇ ਤਰ੍ਹਾਂ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਹੁੰਦੀ? ਕੁਝ ਕਾਂਗਰਸ ਮੈਂਬਰਾਂ ਨੇ ਆਵਾਜ਼ ਚੁੱਕੀ ਆ। ਭਵਿੱਖ ਦੇ ਵਿੱਚ ਕਿਸਾਨ ਮੁੱਦੇ ਨੂੰ ਲੈ ਕੇ ਤੁਸੀਂ ਇਸ ਮਸਲੇ ਦੇ ਬਾਰੇ ਇੱਥੋਂ ਦੇ ਲੀਡਰਾਂ ਦੇ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਬਣਾ ਰਹੇ ਹੋ ਤਾਂ ਕਿ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉੱਥੇ ਹੋ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਰੋਗੇ? ਦੇਖੋ ਜੀ, ਨੋ ਡਾਊਟ ਕਿ ਪ੍ਰੈਜ਼ੀਡੈਂਟ ਟਰੰਪ ਦਾ ਇੰਡੀਆ ਵੱਲ ਥੋੜਾ ਜਿਹਾ ਝੁਕਾਅ ਸੀਗਾ। ਉਹਨਾਂ ਦਾ ਪ੍ਰਾਈਮ ਮਿਨਿਸਟਰ ਮੋਦੀ ਨਾਲ ਇੱਕ ਸਪੈਸ਼ਲ ਉਹਨਾਂ ਦੀ ਬੌਂਡਿੰਗ ਸੀ, ਪਰ ਉਹਨੂੰ ਮੱਦੇ ਨਜ਼ਰ ਰੱਖ ਕੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਦੀ ਵੀ ਹਿਊਮਨ ਰਾਈਟਸ ਦੇ ਬਾਰੇ ਜਾਂ ਕਸ਼ਮੀਰ ਦੇ ਬਾਰੇ ਕਦੀ ਵੀ ਕਿਸੇ ਕੰਟਰੀ ਦੇ, ਇੰਡੀਆ ਦੇ ਫੇਵਰ ਜਾਂ ਪਾਕਿਸਤਾਨ ਦੇ ਫੇਵਰ 'ਚ ਬਿਆਨ ਨਹੀਂ ਦਿੱਤਾ। ਪਰ ਹਾਂ ਜ਼ਰੂਰ ਇਹ ਹੈ ਕਿ ਹੁਣ ਜੋ ਬਾਈਡਨ ਪ੍ਰੈਜ਼ੀਡੈਂਟ ਆਏ ਨੇ ਤੇ ਇੰਡੀਅਨ ਗਵਰਨਮੈਂਟ ਨੂੰ ਉਹਨਾਂ ਦੇ ਨਾਲ ਇੱਕ ਰੀਸੈਟ ਦਾ ਬਟਨ ਦਬਾ ਕੇ ਨਵੀਂ ਰਿਲੇਸ਼ਨਸ਼ਿਪ ਸ਼ੁਰੂ ਕਰਨੀ ਪਏਗੀ। ਕਿਸਾਨਾਂ ਦੇ ਮੁੱਦੇ ਤੱਕ ਜਿੱਥੇ ਤੱਕ ਗੱਲ ਹੈ, ਮੈਂ ਸਮਝਦਾ ਕਿ ਅਮਰੀਕਾ ਦੇ ਆਲਰੇਡੀ ਕਈ ਡੈਮੋਕ੍ਰੈਟਿਕ ਤੇ ਰਿਪਬਲਿਕਨ ਸੈਨੇਟਰਸ, ਕਾਂਗਰਸਮੈਨ ਉਹਦੇ ਬਾਰੇ ਹਿਊਮਨ ਰਾਈਟਸ ਦੇ ਫੇਵਰ ਵਿੱਚ, ਕਿਸਾਨਾਂ ਦੇ ਫੇਵਰ ਵਿੱਚ ਬਿਆਨ ਦੇ ਚੁੱਕੇ ਨੇ। ਪ੍ਰਾਈਮ ਮਿਨਿਸਟਰ ਟਰੂਡੋ ਕੈਨੇਡਾ ਦੇ ਉਹਦੇ ਬਾਰੇ ਬੜਾ ਸਖਤ ਬਿਆਨ ਦੇ ਚੁੱਕੇ ਨੇ। ਬ੍ਰਿਟੇਨ ਦੇ 100 MPs ਉਹਦੇ ਬਾਰੇ ਕਿਸਾਨਾਂ ਦੇ ਫੇਵਰ ਵਿੱਚ ਬਿਆਨ ਦੇ ਚੁੱਕੇ ਨੇ। ਔਰ ਮੈਂ ਪਰਸਨਲੀ ਵੀ ਸਿੱਖ ਕਮਿਊਨਿਟੀ, ਭਾਵੇਂ ਅਸੀਂ ਰਿਪਬਲਿਕਨ ਆ ਡੈਮੋਕ੍ਰੈਟ ਹੋ, ਅਸੀਂ ਇਹ ਉਮੀਦ ਕਰਦੇ ਹਾਂ, ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਮੋਦੀ ਗਵਰਨਮੈਂਟ ਜਿਹੜੀ ਹੈ ਇਹ ਕਿਸਾਨਾਂ ਦੀ ਇਸ ਵੇਲੇ ਜਿਹੜੀ ਉਹਨਾਂ ਦੀ ਸੈਂਟੀਮੈਂਟਸ ਨੇ, ਜਿਹੜੇ ਇਮੋਸ਼ਨਸ ਨੇ, ਇਹਨਾਂ ਨੂੰ ਇੱਕ ਬਿਜ਼ਨਸ ਜਾਂ ਪੈਸੇ ਤੋਂ ਉੱਪਰ ਉੱਠ ਕੇ ਕਿਸਾਨਾਂ ਦੀ ਭਾਵਨਾਵਾਂ ਨੂੰ ਸਮਝੇ ਤੇ ਉਹਨਾਂ ਦੀਆਂ ਮੰਗਾਂ ਮਨਜ਼ੂਰ ਕਰੇ। ਮੈਂ ਨਹੀਂ ਕਹਿੰਦਾ ਇਹ ਜਿਹੜੇ 3 ਆਰਟੀਕਲ ਆਏ ਨੇ ਜਿਹੜੇ ਲਾਅ ਸਨ ਜਾਂ ਅੱਛੇ ਸਨ ਜਾਂ ਬੁਰੇ ਸਨ, ਪਰ ਗੱਲ ਇੱਥੇ ਪਹੁੰਚੀ ਕਿ ਕਿਸਾਨਾਂ ਨੇ ਇੱਕ ਬੜੇ ਜ਼ੋਰ ਨਾਲ ਪ੍ਰਦਰਸ਼ਨ ਕਰਕੇ ਦੱਸਤਾ ਕਿ ਉਹਨਾਂ ਨੂੰ ਇਹ ਲਾਜ਼ ਨਹੀਂ ਮਨਜ਼ੂਰ, ਉਹਨਾਂ ਨੂੰ ਨਹੀਂ ਚਾਹੀਦੇ। ਫਿਰ ਕਿਸੇ ਨੂੰ ਜ਼ਬਰਦਸਤੀ ਇਹ ਲਾਜ਼ ਦੇ ਵਿੱਚ ਬਿਠਾਉਣ ਦੀ ਕੀ ਲੋੜ ਹੈ? ਔਰ ਦੂਜੀ ਗੱਲ, ਮੈਂ ਮੋਦੀ ਸਾਹਿਬ ਨੂੰ ਇਹ ਕਹਾਂਗਾ ਔਰ ਇੰਡੀਅਨ ਗਵਰਨਮੈਂਟ ਦੀ ਮੈਂ ਕੰਡੈਮ ਕਰਦਾ
ਕਿ ਜਿਹੜੇ ਰੀਸੈਂਟਲੀ NIA ਦੇ ਜਿਹੜੇ ਸਮਨਸ ਭੇਜੇ ਗਏ ਨੇ ਸਾਡੇ ਕਿਸਾਨਾਂ ਦੇ ਉੱਪਰ, ਇਹ ਹਿਊਮਨ ਰਾਈਟਸ ਵਾਇਲੇਸ਼ਨ ਹੈ, ਇਹ ਇੰਟੀਮੀਡੇਸ਼ਨ ਹੈ ਉਹਨਾਂ ਨੂੰ ਡਰਾਉਣ ਵਾਸਤੇ। ਜਿਹੜੇ ਲੋਕ ਸੇਵਾ ਕਰ ਰਹੇ ਨੇ, ਕੱਲ ਨੂੰ ਖਾਲਸਾ ਏਡ ਦੇ ਰਵੀ ਸਿੰਘ ਜੀ ਹੀਰੋ ਸਨ ਇੰਡੀਆ ਵਿੱਚ, ਕੇਰਲਾ ਵਿੱਚ, ਕਰਨਾਟਕ ਵਿੱਚ, ਜਿੱਥੇ ਵੀ ਬਾੜ ਆਈ, ਹੜ੍ਹ ਆਏ, ਉਹਨਾਂ ਨੇ ਜਾ ਕੇ ਸੇਵਾ ਕੀਤੀ। ਅੱਜ ਉਹ ਕਿਸਾਨਾਂ ਨੂੰ ਜਾ ਕੇ ਲੰਗਰ ਵੰਡ ਰਹੇ ਤੇ ਅੱਜ ਉਹ ਉਹਨਾਂ ਨੂੰ ਸਮਨ ਕਰ ਲਿਆ ਵੀ ਤੁਸੀਂ ਖਾਲਿਸਤਾਨੀ ਹੋ, ਔਰ ਜਾਣ-ਬੁੱਝ ਕੇ ਇਸ ਜਿਹੜੀ ਅੰਦੋਲਨ ਨੂੰ ਖਾਲਿਸਤਾਨ ਦਾ ਨਾਂ ਦੇਣਾ, ਇਹ ਵੀ ਬੜੀ ਵੱਡੀ ਸ਼ਰਾਰਤ ਹੈ। ਔਰ ਮੈਂ ਮੋਦੀ ਗਵਰਨਮੈਂਟ ਨੂੰ ਇਸ ਕਰਕੇ ਅਪੀਲ ਕਰਦਾ ਔਰ ਇਹ ਐਕਸ਼ਨ ਉਹਨਾਂ ਦੇ ਕੰਡੈਮ ਕਰਦਾ ਕਿ ਇਹ ਚੀਜ਼ਾਂ ਰੋਕੀਆਂ ਜਾਣ। ਬਹੁਤ ਬਹੁਤ ਸ਼ੁਕਰੀਆ ਜਸਦੀਪ ਜੀ। ਗੱਲਬਾਤ ਫਿਰ ਕਿਸੇ ਵੇਲੇ ਅਜਿਹੇ ਮੁੱਦਿਆਂ ਨੂੰ ਲੈ ਕੇ ਤੁਹਾਡੇ ਨਾਲ ਹੁੰਦੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ। ਫਿਲਹਾਲ ਇੱਥੇ ਵੇਲਾ ਹੋ ਗਿਆ ਆ ਇਹ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਇਸੇ ਮੁੱਦੇ ਦੇ ਇਹਨਾਂ ਹੀ ਪੁਆਇੰਟਸ ਦੇ ਉੱਤੇ ਸਿੱਖ ਪੁਆਇੰਟ ਆਫ ਵਿਊ ਜਿਹੜਾ ਆ ਉਹ ਦੂਜਾ ਲੈ ਕੇ ਆਵਾਂਗੇ ਕਿ ਦੂਜੇ ਸਿੱਖ ਜਿਹੜੇ ਨੇ ਇਹਦੇ ਬਾਰੇ ਕੀ ਸੋਚਦੇ ਨੇ, ਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜਸਦੀਪ ਜੀ ਬਹੁਤ ਬਹੁਤ ਧੰਨਵਾਦ। ਧੰਨਵਾਦ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਅਮਰੀਕਾ ਦੇ ਵਿੱਚ ਜੋ ਤਾਜ਼ਾ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਵਿੱਚ ਸਿੱਖ ਲੀਡਰਸ਼ਿਪ ਦੀ ਕੀ ਭੂਮਿਕਾ ਹੈ। ਜਿਵੇਂ ਅਸੀਂ ਸ਼ੁਰੂ ਦੇ ਵਿੱਚ ਦੱਸਿਆ ਸੀਗਾ ਜਦੋਂ ਅਸੀਂ ਜਸਦੀਪ ਸਿੰਘ ਜੈਸੀ ਹੋਰਾਂ ਨਾਲ ਗੱਲ ਕੀਤੀ ਸੀ, ਜਿਨ੍ਹਾਂ ਨੇ 6 ਫॉर ਟਰੰਪ ਦੇ ਨਾਂ ਹੇਠ ਇਹਨਾਂ ਚੋਣਾਂ ਦੇ ਵਿੱਚ ਭਾਗ ਲਿਆ ਸੀ। ਦੂਜੇ ਪਾਸੇ ਸਾਡੇ ਨਾਲ ਨੇ ਸਿੱਖ ਲੀਡਰ ਗੁਰਿੰਦਰ ਸਿੰਘ ਜੀ ਖਾਲਸਾ। ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਫॉर ਹੈਵਿੰਗ ਮੀ। ਗੁਰਿੰਦਰ ਸਿੰਘ ਖਾਲਸਾ ਜਿਨ੍ਹਾਂ ਨੇ 6 ਪੈਕ ਦੇ ਰਾਹੀਂ ਲੰਮਾ ਸਮਾਂ ਇੱਥੋਂ ਦੀ ਸਿਆਸਤ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਹੈ ਔਰ ਕਾਫੀ ਲੋਕਾਂ ਨੂੰ ਇਹਨਾਂ ਨੇ ਜਾਗ ਲਾਈ ਹੈ ਕਿ ਇੱਥੋਂ ਦੀ ਸਿਆਸਤ ਦੇ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਵੇ। ਖਾਲਸਾ ਜੀ ਅਸੀਂ ਗੱਲਬਾਤ ਅੱਜ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਕਰਨੀ ਚਾਹੁੰਦੇ ਹਾਂ ਕਿ ਜਿਹੜੇ ਸਿੱਖ ਨੇ ਉਹਨਾਂ ਦੇ ਵਿੱਚੋਂ ਕਈ ਤਾਂ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਕਿ 6 ਫॉर ਟਰੰਪ, ਉਹਨਾਂ ਕਿਹਾ ਅਸੀਂ ਸਿਰਫ ਟਰੰਪ ਲਈ ਹਾਂ ਨਾ ਰਿਪਬਲਿਕਨ ਪਾਰਟੀ ਲਈ। ਦੂਜੇ ਪਾਸੇ ਕੁਝ ਉਹ ਸਿੱਖ ਸੀਗੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਰਿਪਬਲਿਕਨ ਹਾਂ, ਜਿਹੜਾ ਵੀ ਪ੍ਰਾਇਮਰੀ ਵਿੱਚੋਂ ਜਿੱਤ ਕੇ ਆਏਗਾ ਅਸੀਂ ਉਹਦੀ ਮਦਦ ਕਰਾਂਗੇ। ਇੱਕ ਤੁਸੀਂ ਸੀਗੇ ਜਿਹੜੇ ਰਿਪਬਲਿਕਨ ਪਾਰਟੀ ਦੇ ਨਾਲ ਜੁੜੇ ਹੋਏ ਹੋ, ਮਾਈਕ ਪੈਂਸ ਦੇ ਨਾਲ ਤੁਹਾਡੇ ਚੰਗੇ ਸਬੰਧਾਂ ਦੀ ਗੱਲ 4 ਸਾਲ ਲੋਕਾਂ ਨੇ ਸੁਣੀ ਹੈ, ਪਰ ਤੁਸੀਂ ਇਸ ਵਾਰ ਇਹ ਕਿਹਾ ਕਿ ਮੈਂ ਟਰੰਪ ਦੀ ਹਮਾਇਤ ਨਹੀਂ ਕਰੂੰਗਾ। ਇਹਦੇ ਪਿੱਛੇ ਕਿਸ ਤਰ੍ਹਾਂ ਦੀ ਇਹ ਸਾਰੀ ਸਿਚੁਏਸ਼ਨ ਸਿੱਖਾਂ ਨੂੰ ਅਜੀਬ ਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ? ਖਾਸ ਕਰਕੇ ਬੇਸ਼ੱਕ ਇਸ ਵੇਲੇ ਰਾਜਨੀਤਿਕ ਸਥਿਤੀ ਬਹੁਤ ਹੀ ਡਾਮਾਡੋਲ ਹੋਈ ਪਈ ਆ ਜਦੋਂ ਪ੍ਰੈਜ਼ੀਡੈਂਟ ਟਰੰਪ ਦੇ ਇਸ ਸਾਰੀ ਚੋਣ ਹਾਰ ਜਾਣ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਕਿ ਚੋਣਾਂ ਦੇ ਵਿੱਚ ਹੇਰਾਫੇਰੀ ਹੋਈ ਆ। ਖਾਸ ਕਰਕੇ ਹੁਣ ਜਦੋਂ 6 ਜਨਵਰੀ ਨੂੰ ਕੈਪੀਟਲ ਤੇ ਘਟਨਾਵਾਂ ਵਾਪਰੀਆਂ ਨੇ ਔਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਮੁੜ ਇੰਪੀਚ ਕਰਨਾ ਪਿਆ ਆ ਇੱਥੋਂ ਦੇ ਹਾਊਸ ਨੇ ਬਗਾਵਤ ਦੇ ਦੋਸ਼ ਲਾ ਕੇ, ਕੀ ਕਹੋਗੇ ਸਿੱਖਾਂ ਦੇ ਨਜ਼ਰੀਏ ਤੋਂ ਤੇ ਇੱਥੋਂ ਦੀ ਸਿਆਸਤ ਦੇ ਨਜ਼ਰੀਏ ਤੋਂ? ਥੈਂਕ ਯੂ ਫॉर ਹੈਵਿੰਗ ਮੀ। ਪਹਿਲਾਂ ਤਾਂ ਬਹੁਤ ਥੈਂਕ ਯੂ, ਤੁਸੀਂ ਇਹ ਬਹੁਤ ਹੀ ਅਹਿਮ ਕੁਐਸਚਨ ਪੁੱਛਿਆ। ਮੇਨ ਜਿਹੜੀ ਇਹ ਗੱਲ ਹੈਗੀ ਹੈ ਕਿ ਜਿੰਨੇ ਵੀ ਇਮੀਗ੍ਰੈਂਟਸ ਨੇ, ਚਾਹੇ ਉਹ ਰਿਪਬਲਿਕਨ ਪਾਰਟੀ ਨਾਲ ਨੇ ਜਾਂ ਉਹ ਡੈਮੋਕ੍ਰੇਟ ਪਾਰਟੀ ਨਾਲ ਨੇ, ਸਾਡਾ ਸਭ ਤੋਂ ਪਹਿਲਾਂ ਇਹ ਫਰਜ਼ ਬਣਦਾ ਹੈ ਕਿ ਸਾਨੂੰ ਪਾਰਟੀ ਤੋਂ ਉੱਤੇ ਉੱਠ ਕੇ ਵੋਟ ਪਾਣੀ ਚਾਹੀਦੀ ਹੈ ਜਦੋਂ ਕਿ ਸਾਨੂੰ ਇਹ ਪਤਾ ਹੋਏ ਕਿ ਜਿਹੜਾ ਮੌਕੇ ਦਾ ਜਿਹੜਾ ਕੈਂਡੀਡੇਟ ਹੈ ਉਹ ਨਾਰਸਿਸਟਿਕ ਹੈ ਜਾਂ ਉਹ ਦੇਸ਼ ਦੀ, ਕੌਮ ਦੀ ਜਾਂ ਅਮਰੀਕਾ ਦੇ ਹੱਕ ਵਾਸਤੇ ਨਹੀਂ ਹੈਗਾ। ਤਾਂ ਅਸੀਂ ਪਿਛਲੇ 4 ਸਾਲਾਂ ਤੋਂ, ਖਾਸ ਕਰਕੇ ਪਿਛਲੇ 1 ਸਾਲ ਤੋਂ ਪੂਰਾ ਵਰਲਡ ਜਿਹੜਾ ਕਰੋਨਾ ਦੀ ਮਹਾਮਾਰੀ ਨਾਲ ਜੂਝ ਰਿਹਾ ਔਰ ਇਹ ਬਾਵਜੂਦ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹਨੇ ਪਹਿਲਾਂ ਉਹਨੂੰ ਹੌਕਸ ਦੱਸਿਆ, ਫਿਰ ਉਹਨੂੰ ਡਿਲੇ ਕੀਤਾ ਔਰ ਉਹਦੇ ਵਾਸਤੇ ਕੋਈ ਵੀ ਭੱਜ ਨਾ ਕੋਈ ਨੈਸ਼ਨਲ ਲੈਵਲ ਦੇ ਉੱਤੇ ਕੋਈ ਉਹਨੇ ਪਾਲਿਸੀ ਨਹੀਂ ਬਣਾਈ। ਇਹਨੂੰ ਦੇਖਦੇ ਹੋਏ ਸਾਨੂੰ ਇਹ ਚਾਹੀਦਾ ਕਿ ਹਾਂ ਇਸ ਵਾਰੀ ਜਿਹੜਾ ਸੀ ਭਾਵੇਂ ਕੋਈ ਰਿਪਬਲਿਕਨ ਹੈ ਜਾਂ ਡੈਮੋਕ੍ਰੇਟ ਹੈ, ਵੀ ਸ਼ੁੱਡ go beyond our politics, beyond our party affiliation, rather support the right candidate। तो इस करके ਅਸੀਂ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਹੀ ਸਾਰੇ ਅਮਰੀਕਾ ਦੇ ਵਿੱਚ, even though I am lifelong Republican, ਔਰ ਸਾਡਾ ਜਿਹੜਾ ਪੋਲੀਟੀਕਲ ਐਕਸ਼ਨ ਕਮੇਟੀ ਹੈ ਔਰ ਨੌਨ ਪਾਰਟੀਸ਼ਨ ਹੈ, ਅਸੀਂ ਦੋਨਾਂ ਪਾਰਟੀਆਂ ਨੂੰ, ਚਾਹੇ ਰਿਪਬਲਿਕਨ ਹੈ ਚਾਹੇ ਡੈਮੋਕ੍ਰੇਟ ਹੈ, ਦੋਨਾਂ ਨੂੰ ਅਸੀਂ ਇਹਦੀ ਸਪੋਰਟ ਕਰਦੇ ਰਹੇ ਹਾਂ ਔਰ ਹੁਣ ਵੀ ਅੱਗੋਂ ਕਰਾਂਗੇ। ਲੇਕਿਨ ਕੀ ਸੀਗਾ ਕਿ ਇਸ ਸਾਲ ਜਿਹੜਾ ਸੀ, ਇਹ ਜਿਹੜਾ ਇਲੈਕਸ਼ਨ ਸੀ ਬੜਾ ਹਿਸਟੋਰਿਕ ਸੀ। ਜੇਕਰ ਕਿਸੇ ਤਰੀਕੇ ਟਰੰਪ ਅੱਗੇ ਰੀ ਇਲੈਕਟ ਹੋ ਜਾਂਦਾ, ਉਹਦੇ ਜਿਹੜਾ ਅਮਰੀਕਾ ਦਾ ਜਿਹੜਾ ਇੱਕ ਫੈਬਰਿਕ ਹੈ, ਇੱਕ ਜਿਹੜਾ ਪੀਸਫੁਲ ਹੈ, ਉਹਦਾ ਫੈਬਰਿਕ ਸਾਰਾ ਉਹਦਾ ਅੱਗੇ ਉਹਨੇ ਤਹਿਸ ਨਹਿਸ ਬਹੁਤ ਕੀਤਾ। ਉਹਦਾ ਜਿਹੜਾ ਹੁਣ ਤੱਕ ਜਿਹੜਾ ਉਹਨਾਂ ਨੇ ਡੈਮੇਜ ਕੀਤਾ ਫੋਰਨ ਪਾਲਿਸੀ ਨੂੰ, ਅਮਰੀਕਾ ਦੀ ਇੰਸਟੀਟਿਊਸ਼ਨਸ ਨੂੰ, ਉਹ ਦੈਟ ਇਜ਼ ਬਿਯੋਂਡ ਈਵਨ ਉਹਦੀ ਰਿਪੇਅਰ ਵੀ ਨਹੀਂ ਹੋ ਸਕਦੀ। ਲੇਕਿਨ ਆਪਾਂ ਇਹ
ਰਿਕੁਐਸਟ ਕੀਤੀ ਸਾਰਿਆਂ ਨੂੰ ਕਿ ਇਸ ਟਾਈਮ ਜਿਹੜੇ ਆ ਟਰੰਪ ਨੂੰ ਵੋਟ ਨਾ ਪਾਓ, ਚਾਹੇ ਤੁਸੀਂ ਰਿਪਬਲਿਕਨ ਪਾਰਟੀ ਹੋ ਚਾਹੇ ਡੈਮੋਕ੍ਰੇਟ ਪਾਰਟੀ ਹੋ। ਹੁਣ ਮੇਰੀ ਇਹ ਹੋਰ ਬੇਨਤੀ ਆ ਸਾਰੇ ਆਪਣੇ ਸਿੱਖ ਭਾਈਚਾਰੇ ਨੂੰ ਖਾਸ ਕਰਕੇ ਕਿ ਜਿਹੜੀ ਮਰਜ਼ੀ ਪਾਰਟੀ ਨਾਲ ਜੁੜੇ ਹੋਏ ਹੋ, ਲੇਕਿਨ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਉਹ ਜਿਹੜਾ ਵੀ ਕੈਂਡੀਡੇਟ ਹੈ, ਚਾਹੇ ਉਹ ਲੋਕਲ ਲੈਵਲ ਤੇ, ਫੈਡਰਲ ਲੈਵਲ ਤੇ ਜਾਂ ਸਟੇਟ ਲੈਵਲ ਤੇ, ਉਹ ਕੈਂਡੀਡੇਟ ਸਰਬ ਸਾਂਝੀ ਵਾਰਤਾ ਦੀ ਗੱਲ ਕਰਦਾ ਹੋਏ, ਰੇਸਿਸ ਨਾ ਹੋਏ। ਜਿਵੇਂ ਕਿ ਟਰੰਪ ਨੇ ਕਿੰਨੀ ਜ਼ਿਆਦਾ ਪੋਲਰਾਈਜੇਸ਼ਨ ਕੀਤੀ ਹੈ, ਕਿੰਨੀ ਉਹਦੇ ਨਾਲ ਹੁਣ ਇਸ ਟਾਈਮ ਹੇਟ ਔਰ ਬੁਲਿੰਗ ਸ਼ੁਰੂ ਹੋ ਗਈ ਹੈ। ਮੈਂ ਮੰਨ ਲਈ ਤੁਹਾਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਕਿਉਂਕਿ ਆਪਣੇ ਕੋਲ ਸਮਾਂ ਸਿਰਫ 8-10 ਮਿੰਟ ਦਾ ਹੈ, ਜਿਹਦੇ 'ਚ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੇ ਹਾਂ। ਤੁਹਾਨੂੰ ਇਸ ਵੇਲੇ ਕੀ ਲੱਗਦਾ ਹੈ ਕਿ ਜਿਹੜੇ ਮੰਨ ਲਈ ਗੱਲ ਟਰੰਪ ਦੀ, ਕਿਉਂਕਿ ਉਹਦੇ ਨਤੀਜੇ ਸਾਡੇ ਸਾਹਮਣੇ ਨੇ, ਜਿਸ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ, ਰਿਪਬਲਿਕਨ ਪਾਰਟੀ ਦੇ 10 ਮੈਂਬਰਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ ਵੋਟ ਪਾਈ ਹੈ। ਪਰ ਇੰਪੀਚਮੈਂਟ ਜਿਹੜੀ ਇਸ ਵੇਲੇ ਹੋਈ ਆ, ਉਹ ਸੈਨੇਟ ਦੇ ਵਿੱਚੋਂ ਪਿਛਲੀ ਵਾਰ ਵੀ ਥਰੂ ਨਹੀਂ ਸੀ ਹੋਈ, ਹੁਣ ਵੀ ਸ਼ਾਇਦ ਇਹ ਥਰੂ ਨਾ ਹੋਵੇ। ਤੁਹਾਨੂੰ ਕੀ ਲੱਗਦਾ ਕਿ ਇੰਪੀਚਮੈਂਟ ਇਹਦੇ ਲਈ ਜ਼ਰੂਰੀ ਸੀ, ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ ਪਾਰਡਨ ਦੀ ਗੱਲ ਕਰਦੇ ਨੇ ਤੇ ਪ੍ਰੈਜ਼ੀਡੈਂਟ ਡੋਨਲਡ ਨੂੰ ਇਹ ਖਤਰਾ ਹੈ ਕਿ ਮੈਨੂੰ ਆਉਂਦੇ ਦਿਨਾਂ ਦੇ ਵਿੱਚ ਮੇਰੇ ਤੇ ਕੋਈ ਕੇਸ ਚੱਲ ਸਕਦੇ ਨੇ? ਲਗਾਤਾਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਵੀ ਆਉਂਦੇ ਰਹੇ, ਆਪਾਂ ਮਿਲੇ ਵੀ ਉੱਥੇ, ਔਰ ਉਦੋਂ ਤੁਹਾਨੂੰ ਇਹ ਨਹੀਂ ਸੀ ਲੱਗਦਾ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜਾ ਹੈ ਉਹ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ? ਉਦੋਂ ਤੁਹਾਡਾ ਵਾਈਟ ਹਾਊਸ ਆਉਣਾ ਜਾਣਾ ਕਿਸ ਪਰਪਸ ਲਈ ਸੀ, ਔਰ ਕਿਹਨੂੰ ਮਿਲਦੇ ਸੀ ਤੁਸੀਂ? ਦੇਖੋ, ਅਸੀਂ ਉਹ ਤੇ ਜਿੰਨੀ ਵਾਰੀ ਵੀ ਆਏ ਹਾਂ ਮਾਈਕ ਪੈਂਸ ਨੂੰ ਮਿਲੇ ਹਾਂ, ਜਾਂ ਜਿੰਨੇ ਵੀ ਹੋਰ ਆਲਾ ਅਧਿਕਾਰੀ ਸੀਗੇ ਉਹਨਾਂ ਨੂੰ ਅਸੀਂ ਮਿਲਦੇ ਰਹੇ ਹਾਂ। ਲੇਕਿਨ ਇਹਦਾ ਇਹ ਹੈਗਾ ਕਿ ਦੇਖੋ, ਜਦੋਂ ਵੀ ਕੋਈ ਮੌਕੇ ਦਾ ਪ੍ਰੈਜ਼ੀਡੈਂਟ ਹੈ, ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਸਾਡੇ ਜਿਹੜੇ ਇੰਟਰਸਟ ਨੇ, ਸਾਡੀ ਕਮਿਊਨਿਟੀ ਦੇ ਇੰਟਰਸਟ ਨੇ, ਉਹ ਹਮੇਸ਼ਾ ਪਰਮਾਨੈਂਟ ਨੇ। ਪਾਰਟੀਆਂ ਤਾਂ ਆਉਂਦੀਆਂ ਜਾਂਦੀਆਂ ਨੇ ਉੱਥੇ, ਚਾਹੇ ਉੱਥੇ ਰਿਪਬਲਿਕਨ ਪਾਰਟੀ ਹੈ ਚਾਹੇ ਉੱਥੇ ਡੈਮੋਕ੍ਰੇਟ ਪਾਰਟੀ ਹੈ। ਕੋਈ ਵੀ ਜਿਹੜਾ ਮੌਕੇ ਦਾ ਜਿਹੜਾ ਪ੍ਰੈਜ਼ੀਡੈਂਟ ਹੈ, ਸਾਨੂੰ ਸਾਡੀ ਐਜ਼ ਏ ਜਿਹੜੀ ਬੁਨਿਆਦੀ ਜਿਹੜੀ ਸਾਡੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਕੋਈ ਵੀ ਜਿਹੜਾ ਇਲੈਕਟਡ ਆਫੀਸ਼ੀਅਲ ਹੈ, ਅਸੀਂ ਉਹਨਾਂ ਤੋਂ ਆਪਣੀ ਜਿਹੜੀ ਸਿੱਖ ਆਇਡੈਂਟੀਟੀ ਜਾਂ ਸਿੱਖ ਅਵੇਅਰਨੈਸ ਦਾ ਜਿਹੜਾ ਮੁੱਦਾ ਉਹ ਉਹਨਾਂ ਦੇ ਅੱਗੇ ਹੀ ਚੁੱਕਦੇ ਰਹਿਣਾ। ਉਹਦੇ ਨਾਲ ਜਿੰਨੇ ਵੀ ਹੋਰ ਸਾਡੀਆਂ ਦਿੱਕਤਾਂ ਨੇ, ਹੋਰ ਜਿਹੜੀਆਂ ਸਿਚੁਏਸ਼ਨਾਂ ਨੇ, ਖਾਸ ਕਰਕੇ ਤੁਹਾਨੂੰ ਪਤਾ ਹੀ ਹੈ 8-10 ਸਟੇਟਾਂ ਤੋਂ ਵੀ ਵੱਧ ਅਸੀਂ ਭਜਨਸ ਕਰਕੇ ਜਿਹੜੀ ਸਿੱਖ ਹਿਸਟਰੀ ਜਿਹੜੀ ਹੈ ਪਬਲਿਕ ਸਕੂਲਾਂ ਦੇ ਵਿੱਚ ਲਵਾਈਏ। ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਇਹ ਨਹੀਂ ਕਿ ਡਜ਼ਨਟ ਮੈਟਰ ਹੂ ਉੱਥੇ ਕੌਣ ਹੈ। ਹੁਣ ਜਿਹੜਾ ਮੂਵਿੰਗ ਫਾਰਵਰਡ ਤੁਹਾਡਾ ਕੁਐਸਚਨ ਹੈ ਕਿ ਜਿਹੜੀ ਉਹਨੂੰ ਇੰਪੀਚਮੈਂਟ ਕੀਤੀ, ਇੰਪੀਚਮੈਂਟ ਬਹੁਤ ਹੀ ਜ਼ਰੂਰੀ ਸੀਗੀ। ਤੁਸੀਂ ਇਹ ਹਿਸਾਬ ਲਾਓ ਕਿ ਅੱਜ ਤੱਕ ਪਿਛਲੇ 200 ਸਾਲ ਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਿਸੇ ਨੇ ਇੰਨੀ ਜ਼ਿਆਦਾ ਡੇਅਰ ਨਹੀਂ ਕੀਤਾ, ਕਿਸੇ ਨੇ ਇੰਨੀ ਹਿੰਮਤ ਨਹੀਂ ਕੀਤੀ ਕਿ ਇਹ ਜਿਹੜੀ ਫੈਡਰਲ ਕੈਪੀਟਲ ਬਿਲਡਿੰਗ ਹੈ, ਖਾਸ ਕਰਕੇ ਜਦੋਂ ਕਿ ਉੱਥੇ ਉਹਦਾ ਇਜਲਾਸ ਚੱਲ ਰਿਹਾ ਸੀਗਾ, ਉਹਦੇ ਵਿੱਚ ਉਹਨਾਂ ਨੂੰ ਉੱਥੇ ਅਟੈਕ ਕੀਤਾ ਜਾਏ। ਇਸ ਤੋਂ ਇਹ ਵੀ ਜਿਹੜਾ ਇੰਪੀਚਮੈਂਟ ਹੈ ਉਹ ਤਾਂ ਕੁਛ ਵੀ ਨਹੀਂ ਉਹਦੇ ਵਾਸਤੇ, ਜਿੰਨਾ ਉਹਨੇ ਸੰਗੀਨ ਜੁਰਮ ਕੀਤਾ। ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਜਿਹੜਾ ਮਾੜਾ ਪ੍ਰੈਜ਼ੀਡੈਂਟ ਗਿਣਿਆ ਗਿਆ ਉਹ ਡੋਨਲਡ ਟਰੰਪ। ਇਸ ਕਰਕੇ ਨਹੀਂ ਕਿ ਉਹਦਾ ਮੇਨ ਇਹ ਹੈਗਾ ਕਿ ਪਿਛਲੇ 200 ਸਾਲਾਂ ਦੇ 250 ਸਾਲਾਂ ਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਜ਼ਰੂਰ ਹੈ ਕਿ ਪ੍ਰੈਜ਼ੀਡੈਂਟ ਗ੍ਰੀਡੀ ਵੀ ਰਹੇ ਹੋਣਗੇ, ਪ੍ਰੈਜ਼ੀਡੈਂਟ ਰੇਸਿਸ ਵੀ ਹੋਣਗੇ, ਪ੍ਰੈਜ਼ੀਡੈਂਟ ਜਿਹੜੇ ਹਨ ਇਨ ਫੇਵਰ ਆਫ ਸਲੇਵਰੀ ਵੀ ਸੀਗੇ, ਔਰ ਉਹਨਾਂ ਦੇ ਸੈਲਫ ਇੰਟਰਸਟ ਵੀ ਸੀਗੇ। ਪਰ ਅੱਜ ਤੱਕ ਦਾ ਪਿਛਲੇ ਇਤਿਹਾਸ ਦਾ ਕੋਈ ਵੀ ਐਸਾ ਪ੍ਰੈਜ਼ੀਡੈਂਟ ਨਹੀਂ ਜਿਹੜਾ ਐਵੇਂ ਦਾ ਦੇਸ਼ ਦਰੋਹ ਦਾ ਕੰਮ ਕੀਤਾ ਹੋਏ, ਜਿਹੜਾ ਕਿ ਆਪਣੀ ਹੀ ਪਬਲਿਕ ਨੂੰ ਉਕਸਾ ਕੇ ਮੌਕੇ ਦਾ ਜਿਹੜੀ ਲੈਜਿਸਲੇਟਿਵ ਹਾਊਸ ਹੈ, ਜਿਹੜੀ ਕਿ ਬਰਾਬਰ ਦੀ ਇਹਦੇ ਉੱਤੇ ਲੈਜਿਸਲੇਸ਼ਨ ਦੀ ਅਥਾਰਟੀ ਹੈ, ਉਹਦੇ ਉੱਤੇ ਮੌਕੇ ਦੇ ਉੱਤੇ ਲੋਕਾਂ ਨੂੰ ਉਕਸਾ ਕੇ ਉਹਦੇ ਉੱਤੇ ਅਟੈਕ ਕੀਤਾ ਜਾਏ। ਇੰਨਾ ਸੰਗੀਨ ਤੇ ਘਿਨਾਉਣਾ ਜਿਹੜੀ ਹਰਕਤ ਹੈ ਅੱਜ ਤੱਕ ਕਿਸੇ ਪ੍ਰੈਜ਼ੀਡੈਂਟ ਨੇ ਨਹੀਂ ਜਾਣਾ। ਇਸ ਕਰਕੇ ਦੈਟ ਇਜ਼ ਦ ਵੈਰੀ ਰੀਜ਼ਨ ਹੀ ਵਿਲ ਬੀ ਦੀ ਵਰਸਟ ਐਵਰ ਪ੍ਰੈਜ਼ੀਡੈਂਟ ਇਨ ਦੀ ਹਿਸਟਰੀ ਆਫ ਅਮਰੀਕਾ। ਮੈਂ ਆਖਰੀ ਕੁਐਸਚਨ 2-3 ਲਾਈਨਾਂ ਦੇ ਵਿੱਚ ਦੱਸੋਗੇ, ਕਿਸਾਨ ਮੁੱਦੇ ਦੇ ਉੱਤੇ ਤੁਸੀਂ ਆਪਣੇ ਏਰੀਏ ਦੇ ਜਿਹੜੇ ਸੈਨੇਟਰ ਨੇ ਜਾਂ ਕਾਂਗਰਸਮੈਨ ਨੇ ਜਾਂ ਹੋਰ ਫਿਊਚਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਪ੍ਰੈਸ਼ਰ ਬਣਾਉਣਾ ਚਾਹੀਦਾ ਆ ਜੋ ਕਿਸਾਨ ਮੁੱਦਾ ਚੱਲ ਰਿਹਾ? ਕਿਉਂਕਿ 370 ਦੇ ਮੁੱਦੇ ਤੇ ਉਦੋਂ ਕਈ ਲਾਅ ਮੇਕਰ ਸੀ ਜਿਨ੍ਹਾਂ ਨੇ ਇਹ ਕਿਹਾ ਸੀਗਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਹੁਣ ਕੁਝ ਹੋਰ ਸਾਡੇ ਸਿੱਖ ਨੇ ਜਿਹੜੇ ਕੋਸ਼ਿਸ਼ਾਂ ਕਰਦੇ ਪਏ ਨੇ। ਇਸ ਤੋਂ ਪਹਿਲਾਂ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਦੀ ਸਟੇਟਮੈਂਟ ਆਈ ਸੀ ਕਿ ਉਹ ਕੁਝ ਕਾਂਗਰਸਮੈਨਾਂ ਨੂੰ ਲੈ ਕੇ ਉੱਥੇ ਜਾਣਗੇ। ਤੁਹਾਡੀਆਂ ਇਸ ਤਰ੍ਹਾਂ ਦੇ ਨਾਲ ਜਿਹੜੇ ਕਿਸਾਨ ਮੁੱਦੇ ਦੇ ਉੱਤੇ ਥੋੜ੍ਹੀਆਂ ਜਿਹੇ ਸ਼ਬਦਾਂ ਦੇ ਵਿੱਚ ਸਮਾਂ ਆਪਣੇ ਕੋਲ ਖਤਮ ਹੋ ਗਿਆ, ਕੀ ਕਹੋਗੇ?
देखो वेरी स्ट्रेट फॉरवर्ड है कि इस ਜਿਹੜਾ ਕਿਸਾਨ ਮੁੱਦਾ ਹੈ ਬਹੁਤ ਵੱਡਾ ਹੈ, ਦੁਨੀਆ ਦਾ ਸਭ ਤੋਂ ਵੱਡਾ ਇਹ ਮੋਰਚਾ ਹੈਗਾ, ਲੇਕਿਨ ਅਨਫੋਰਚੂਨੇਟਲੀ ਅਮਰੀਕਾ ਵਰਗਾ ਮੁਲਕ ਜਿਹੜਾ ਉਹ ਇਹਦੇ ਉੱਤੇ ਕੁਝ ਨਹੀਂ ਕਰ ਸਕਦਾ। ਮੇਰੀ ਬਹੁਤ ਸਾਰੀ ਗੱਲਬਾਤ ਹੋਈ ਹੈ ਕਾਂਗਰਸਮੈਨਾਂ ਨਾਲ ਵੀ ਜਾਂ ਸੈਨੇਟਰਸ ਦੇ ਨਾਲ ਵੀ, ਉਹ ਕਹਿੰਦੇ ਵੀ ਲੈਟਰ ਲਿਖ ਕੇ ਦੇ ਦਿਆਂਗੇ ਵੀ ਠੀਕ ਹੈ ਨਾ ਕਰੋ, ਪਰ ਉਹਨਾਂ ਦਾ ਮੇਨ ਮਕਸਦ ਹੈਗਾ ਕਿ ਅਮਰੀਕਾ ਉੱਤੇ ਹੀ ਬੋਲਦਾ, ਖਾਸ ਜਿੱਥੇ ਤੁਹਾਡੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ ਜਾਂ ਕਿਤੇ ਤੁਹਾਡੀ ਹੋਰ ਜਿਹੜੀ ਮਨੁੱਖੀ ਹੱਕਾਂ ਦੀ ਗੱਲ ਹੈ, ਜਿਹੜਾ 360 ਆਰਟੀਕਲ ਗੱਲ ਤੇ ਇੱਥੇ ਵੀ ਹੈਗੀ ਆ ਨਾ। ਜਦੋਂ ਦੇਖੋ ਜੋ ਹਰਿਆਣੇ ਦੇ ਵਿੱਚ ਉਹਨਾਂ ਦੇ ਨਾਲ ਕੀਤਾ, ਤੁਹਾਡੀ ਆਪਣੀ ਸਟੇਟ ਆ, ਔਰ ਜਿਸ ਤਰ੍ਹਾਂ ਨਾਲ ਹੁਣ ਜਿਹੋ ਜਿਹੀਆਂ ਬੜੀਆਂ ਵਿਪਰੀਤ ਹਾਲਾਤਾਂ ਦੇ ਵਿੱਚ ਉਹ ਠੰਡ ਦੇ ਵਿੱਚ ਤੇ ਰਹਿ ਰਹੇ ਨੇ, ਇਹਨੂੰ ਆਪਾਂ ਨੂੰ ਉਠਾਉਣਾ ਨਹੀਂ ਚਾਹੀਦਾ ਹੋਰ ਜ਼ਿਆਦਾ ਜ਼ੋਰ ਨਾਲ। ਨਹੀਂ ਉਹ ਤਾਂ ਠੀਕ ਹੈ ਹਿਊਮਨ ਰਾਈਟਸ। ਉਹ ਦੇਖੋ ਜਿਹੜਾ ਉਹਨਾਂ ਨੇ ਵਾਇਲੈਂਸ ਕੀਤਾ ਗਵਰਨਮੈਂਟ ਨੇ, ਉਹਨਾਂ ਉੱਤੇ ਪਾਣੀ ਸੁੱਟੇ ਨੇ ਜਾਂ ਉਹਨਾਂ ਨੇ ਉੱਤੇ ਲਾਠੀ ਚਾਰਜ ਕੀਤਾ, ਉਹਦੀ ਹਿਊਮਨ ਵਾਇਲੈਂਸ ਕਰ ਸਕਦੇ, ਉਹਦੇ ਵਾਸਤੇ ਹਾਂ ਦਾ ਨਾਰਾ ਮਾਰਨਗੇ, ਖਲੋਣਗੇ ਵੀ, ਖਲੋਤੇ ਵੀ ਨੇ ਥਾਂ ਦੇ ਉੱਤੇ, ਜਿੰਨੇ ਵੀ ਲੋਕਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਜਾਂ ਫੈਡਰਲ ਲੈਵਲ ਤੇ ਵੀ ਕੁਝ ਲੀਡਰ ਅੱਗੇ ਆਏ ਨੇ। ਲੇਕਿਨ ਮੇਰਾ ਇੱਕ ਕੁਐਸਚਨ ਹੈਗਾ ਕਿ ਜੇ ਅਸੀਂ ਕਹੀਏ ਕਿ ਆਉਣ ਵਾਲਾ ਬਾਈਡਨ ਐਡਮਿਨਿਸਟ੍ਰੇਸ਼ਨ ਜਾਂ ਫੈਡਰਲ ਦੇ ਵਿੱਚ ਕੋਈ ਵੀ ਸੈਨੇਟਰ ਜਾਂ ਕਾਂਗਰਸਮੈਨ ਦਬਾਅ ਪਾ ਕੇ ਇੰਡੀਆ ਨੂੰ ਕਹਿਣ ਕਿ ਤੁਸੀਂ ਫਾਰਮਰਸ ਦੇ ਹੱਕ ਦੇ ਉੱਤੇ ਕੋਈ ਕਾਨੂੰਨ ਬਣਾਓ, ਉਹ ਇੱਕ ਤਰ੍ਹਾਂ ਦਾ ਸਿੱਧੇ ਤੌਰ ਦੇ ਉੱਤੇ ਕਿਸੇ ਵੀ ਮੁਲਕ ਦੇ ਜਿਹੜਾ ਘਰੇਲੂ ਉਹਨਾਂ ਦੇ ਆਪਣੇ ਕਾਨੂੰਨ ਨੇ ਉਹਨਾਂ ਦੇ ਉੱਤੇ ਉਹ ਦਬਾਅ ਨਹੀਂ ਪਾ ਸਕਦਾ। ਇਹ ਥੋੜਾ ਜਿਹਾ ਸਾਨੂੰ ਡਿਫਰੈਂਸ ਸੋਚਣਾ ਚਾਹੀਦਾ ਕਿ ਅਮਰੀਕਾ ਕਿੱਥੇ ਵਚਨਬੱਧ ਹੈ। ਪਰ ਆਪਣੇ ਤੌਰ ਤੇ ਤੁਸੀਂ ਕੀ ਕੋਸ਼ਿਸ਼ਾਂ ਕਰ ਰਹੇ ਹੋ ਉਹਦੇ ਬਾਰੇ? ਆਪਣੇ ਤੌਰ ਤੇ ਜੇ ਅਸੀਂ ਦੇਖੋ ਜਿੰਨੇ ਵੀ ਲਾ ਮੇਕਰ ਨੇ, ਸਾਡੇ ਕਾਂਗਰਸਮੈਨ ਨੇ, ਸੈਨੇਟਰਸ ਨੇ, ਉਹਨਾਂ ਨੂੰ ਹੀ ਰਿਕੁਐਸਟ ਕੀਤੀ ਹੈ। ਦੇ ਆਰ ਇਨ ਦ ਪ੍ਰੋਸੈਸ ਆਫ ਗੈਟਿੰਗ ਅ ਲੈਟਰ। ਲੈਟਸ ਸੀ, ਆਈ ਹੋਪਫੁਲੀ, ਆਈ ਡੋਨਟ ਵਾਂਟ ਟੂ ਓਵਰਸਟੇਟ ਐਂਡ ਅੰਡਰ ਡਿਲੀਵਰ, ਬਟ ਇਹ ਕਿ ਅਸੀਂ ਆਪਣੇ ਲੈਵਲ ਤੇ ਪੂਰੀ ਭਾਈਨਸ ਕਰ ਰਹੇ ਹਾਂ। ਔਰ ਉੱਥੇ ਵੀ ਅਸੀਂ ਖਾਸ ਕਰਕੇ ਸਾਡੇ ਪਿੰਡਾਂ ਦੇ ਸਾਡੇ ਜਿਹੜੇ ਹਰਿਆਣੇ 'ਚ ਪਿੰਡ ਨੇ, ਤਾਂ ਮੇਰੇ ਜੀਜਾ ਜੀ ਹੋਰੀ ਨੇ ਰੋਜ਼ ਦਾ ਕਮ ਸੇ ਕਮ ਵੀ 70-80 ਹਜ਼ਾਰ ਰੁਪਈਏ ਦਾ ਭੋਜਨ ਤਿਆਰ ਕਰਕੇ ਫੂਡ ਉਹ ਹਰ ਰੋਜ਼ ਉੱਥੇ ਸਪਲਾਈ ਭੇਜ ਰਹੇ ਨੇ ਦਿੱਲੀ। ਇਹਦੇ ਨਾਲ ਦੁੱਧ ਭੇਜ ਰਹੇ ਨੇ, ਕਿਉਂਕਿ ਸਾਡੇ ਤਾਂ ਜਿੰਨੇ ਵੀ ਰਿਸ਼ਤੇਦਾਰ ਨੇ, ਅਸੀਂ ਖੁਦ, ਮੈਂ ਹਰਿਆਣੇ ਦਾ ਰਹਿਣ ਵਾਲਾ, ਸਾਰੀ ਦੁਨੀਆ ਉੱਤੇ ਜਿੰਨਾ ਵੀ ਸਿੱਖ ਜ਼ਿਮੀਂਦਾਰ ਹੈ ਜਾਂ ਹੋਰ ਜਾਟ ਨੇ, ਸਾਰੇ ਇਹਦੇ ਉੱਤੇ ਲੱਗੇ ਹੋਏ ਨੇ। ਮਤਲਬ ਇਹ ਹੈ ਕਿ ਪਰ ਸਾਨੂੰ ਇਹ ਦਬਾਅ ਜ਼ਰੂਰ ਬਣਾਉਣਾ ਚਾਹੀਦਾ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਜਿੰਨੀਆਂ ਵੀ ਪੂਰੇ ਵਰਲਡ ਦੀਆਂ ਗਵਰਨਮੈਂਟਸ ਨੇ ਦਬਾਅ ਬਣਾਉਣ, ਪਰ ਸਾਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਇਹਨਾਂ ਦਾ ਦਬਾਅ ਜਿਹੜਾ ਬੜਾ ਸੌਫਟ ਕੋਰਨਰ ਹੋਏਗਾ, ਕਿਉਂਕਿ ਕਿਸੇ ਵੀ ਦੇਸ਼ ਦੇ ਕੋਈ ਵੀ ਅੰਦਰੂਨੀ ਜਿਹੜੀ ਕਾਨੂੰਨ ਚੱਲ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਅਮਰੀਕਾ ਅਸੀਂ ਇੱਕ ਬੇਨਤੀ ਤੁਹਾਨੂੰ ਕਰਨੀ ਚਾਹਾਂਗੇ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਰਗਰਮੀਆਂ ਤੁਹਾਡੀਆਂ ਮੁੱਢਲੇ ਦਿਨਾਂ ਦੇ ਵਿੱਚ ਸੀ, ਉਹ ਪਿਛਲੇ ਸਮੇਂ ਦੇ ਵਿੱਚ ਨਜ਼ਰ ਨਹੀਂ ਆਈਆਂ। ਕੁਝ ਚਿਰ ਪਤਾ ਨਹੀਂ ਤੁਸੀਂ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਕਿਸ ਗੱਲ ਤੋਂ ਖਫਾ ਸੀਗੇ। ਆਉਂਦੇ ਦਿਨਾਂ 'ਚ ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਨਾਲ ਤੁਸੀਂ 6 ਪੈਕ ਨੂੰ ਨਾਨ ਪਾਰਟੀਜ਼ਨ ਦੇ ਹਿਸਾਬ ਨਾਲ ਲੈ ਕੇ ਅੱਗੇ ਤੁਰੇ ਸੀਗੇ, ਉਸੇ ਤਰ੍ਹਾਂ ਹੀ ਤੁਸੀਂ ਆਉਂਦੇ ਸਮੇਂ ਦੇ ਵਿੱਚ ਆਪਣੇ ਜਿਹੜੇ ਪੋਲੀਟੀਕਲ ਗਤੀਵਿਧੀਆਂ ਨੇ ਉਹਨਾਂ ਨੂੰ ਹੋਰ ਅੱਗੇ ਤੋਰੋਗੇ, ਕਿਉਂਕਿ ਜਿਹੜੇ ਸਿੱਖ ਡੈਡੀਕੇਸ਼ਨ ਦੇ ਨਾਲ ਇਸ ਪਾਸੇ ਨੂੰ ਲੱਗੇ ਹੋਏ ਨੇ, ਉਹ ਕੈਲੀਫੋਰਨੀਆ ਬਾਕੀ ਜਗ੍ਹਾ ਦੇ ਉੱਤੇ ਵੀ ਹੈਗੇ ਨੇ। ਸਾਡੇ ਬਹਾਦਰ ਸਿੰਘ ਹੋਰੀ ਆਪਣੇ ਸੇਲਮ ਤੋਂ ਓਰੇਗਨ ਦੇ ਵਿੱਚ ਉਹ ਆਪਣੀ ਸੇਵਾ ਨਿਭਾ ਰਹੇ ਨੇ। ਹੋਰ ਸਿੱਖ ਜਿਹੜੇ ਨੇ, ਕਈ ਛੋਟੀਆਂ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੇ ਇਹਨਾਂ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਹੈ। ਸਾਡੇ ਕੋਲ ਸਮਾਂ ਨਹੀਂ, ਫਿਰ ਤੁਹਾਡੇ ਨਾਲ ਇਹਦੇ ਬਾਰੇ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਤਾਜ਼ਾ ਹਾਲਾਤਾਂ ਦੇ ਬਾਰੇ ਫਿਰ ਨਵੇਂ ਮੁੱਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਹੁਣ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ PTC। ਤੁਹਾਡਾ ਬਹੁਤ ਬਹੁਤ ਧੰਨਵਾਦ।